ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰ ਬਾਣੀ ਕਹੈ ਸੇਵਕ ਜਨ ਮਾਨੈ। ਪ੍ਰਤੱਖ ਗੁਰੂ ਨਿਸਤਾਰੇ। ਗੁਰ ਬਾਣੀ ਕਹੈ ਸੇਵਕ ਜਨ ਮਾਨੈ। ਪ੍ਰਤੱਖ ਗੁਰੂ ਨਿਸਤਾਰੇ। ਪਰਮ ਸਨਮਾਨ ਜੋ ਮਨੁੱਖਤਾ ਦੇ ਰਹਿਬਰ ਤਖਤਾਂ ਤੇ ਬਿਰਾਜਮਾਨ, ਪੂਰੇ ਈਮਾਨ ਤੇ ਪੂਰੇ ਸਿਧਾਂਤ ਦੀ ਗੱਲ ਕਰਨ ਵਾਲੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸਤਿਗੁਰਾਂ ਦਾ ਪਹਿਲਾ ਪ੍ਰਕਾਸ਼ ਪੁਰਬ ਮਨਾਉਂਦੇ ਹੋਏ ਆਪ ਸੰਗਤਾਂ ਨੇ ਸਾਹਿਬਾਂ ਦੀ ਅਲਾਹੀ ਬਾਣੀ ਦੇ ਕੀਰਤਨ ਸਰਵਣ ਕੀਤੇ ਕਾਨ। ਆਓ ਜਿੰਨਾ ਕੁ ਸਮਾਂ ਸਾਹਿਬਾਂ ਦੀ ਅਪਾਰ ਬਖਸ਼ਿਸ਼ ਰਹਿਮਤ ਕਿਰਪਾ ਸਦਕਾ ਵਿਚਾਰ ਕਰਨ ਦਾ ਮਿਲਿਆ ਹੈ, ਦਤਾਰ ਪਿਤਾ ਜੀ ਆਪ ਕੀ ਕਿਰਪਾ ਮਿਹਰਮਤ ਕਰਨ, अपनी विचार आपकी अंदर विचर के करवा लैन। सो आओ बख्शो आशीष, बुलाओ फतेह। वाहिगुरु जी का खालसा, वाहिगुरु जी की फतेह। संसार दे अंदर धन गुरु नानक देव महाराज जी तो पहला धार्मिक ग्रंथ इन्हां धर्मां दी अगवाई करते आए। उन्हां धार्मिक ग्रंथां दे अंदर भी विचार ये सी कि किसी मनुख नूं सही रस्ते ते पाउणा, चलण दी जाच दसनी। पर धर्म दे पैरोकारां ने उन्हां ग्रंथां दा ज्ञान इकत्र कीता ते एक आश्रम, एक धर्म वंड बना दिती, चार वर्ण बना दिते। उन्हां दे अंदरों पहला जो वर्ण, पहली जो गल कीती गई वो कह पंडित ब्राह्मण, जिन्हों विद्वान किया जाता है, जिहड़ा धार्मिक ग्रंथां दा ज्ञाता है। ते याद रखना वो किसी होर मनुख नूं धार्मिक ग्रंथ पढ़न दी ताकीद नहीं करता। वो कहंदा सिर्फ धार्मिक ग्रंथ गाता मैं ही हो सकता, मैं ही इन्हां दी विचार दस सकदा। ते माफ करना, अज असी साहिब दी अलाही बाणी दे अर्थ करके दसदे हां, पर उस समय दे अंदर ओ पंडित, ओ विद्वान किसी नूं अर्थ नहीं सन दसदे, सिर्फ पाठ करके सुनाउंदे सन। ते ओ परपंच दे अंदर लोकां नूं लुटण दा एक टकवांज बना लिया। इन्हां दे अंदर ऐसी बना दिती गई कि कहंदा एक शूदर इस धार्मिक ग्रंथ नूं पढ़ नहीं सकदा, सुन नहीं सकदा, वेख नहीं सकदा। सब कहंदे ऐसी इन्हां ने संसार दे उपर एक प्रपंच बनाया। कहंदे जेकर शूदर ते इस्त्री, शूदर ते इस्त्री धार्मिक ग्रंथ नूं पढ़ लवे ते पंडित कहंदा इहदी जुबान कट दवो। जेकर किते ए धार्मिक ग्रंथ दा मंत्र कन्ना राही सुन लवे ते ए कहंदा है इहदे कंन दे अंदर सिक्का ढाल के पा दो, ताकि कदी भी ए किसे दी कोई गल सुन ना सके। उस तो बाद ए कहंदा जे किते ए धार्मिक ग्रंथां दे मंत्र नूं अख दे नाल वेख लवे ते कहंदा इहदियां अखां गर्म सूलां दे नाल बाहर कढ दो। अज तो बाद कदी इस संसार दे किसे मनुख नूं भी ना वेख सके। क्यों? क्योंकि एक कहता ज्ञान जो है, ज्ञान का दाता मैं खां, इहदे पास ज्ञान। एक कहता मेरे पास ज्ञान है, सिर्फ मैं ही लोगों नूं धर्म की गल दस सकदा, मैं ही धर्म अनुसारी चलण की बात दस सकदा। होर दूसरे मनुख नूं किसे नूं कोई गल करन दी गल नहीं कही गई। चार वर्णां दे अंदरों सिर्फ एक वर्ण पंडित दा, ब्राह्मण दा है, जो लोकां नूं इह धर्म दी गल दसदा है। पर तीन वर्णां नूं अलग अलग वंड दिता गया। मेरे साहिब कहंदे भलिया आ
ਅੱਜ ਸੰਸਾਰ ਦੇ ਹਰੇਕ ਜੀਵ ਨੂੰ ਤਾਕੀਦ ਕੀਤੀ। ਮੈਂ ਸ਼ੂਦਰ ਨੂੰ ਨਹੀਂ ਕਹਿੰਦਾ ਤੂੰ ਬਾਣੀ ਨਹੀਂ ਪੜ ਸਕਦਾ, ਮੈਂ ਵੈਸ਼ ਨੂੰ ਨਹੀਂ ਕਹਿੰਦਾ ਤੂੰ ਬਾਣੀ ਨਹੀਂ ਪੜ ਸਕਦਾ, ਮੈਂ ਖੱਤਰੀ ਨੂੰ ਨਹੀਂ ਕਹਿੰਦਾ ਤੂੰ ਬਾਣੀ ਨਹੀਂ ਪੜ ਸਕਦਾ। ਸ਼ਾਇਦ ਕਹਿੰਦੇ ਭਲਿਆ ਜੋ ਵੀ ਇਸ ਦਰ ਤੇ ਆਵੇ ਮੈਂ ਤੇ ਹਰੇਕ ਨੂੰ ਇਹ ਗੱਲ ਕਹਿਣਾ ਹਾਂ। ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਕਹਿੰਦੇ ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵੋ ਸੱਚੀ ਬਾਣੀ। ਬਾਣੀ ਤਾਂ ਗਾਵੋ ਗੁਰੂ ਕੇਰੀ, ਬਾਣੀਆਂ ਸਿਰ ਬਾਣੀ ਜਿਨ ਕੋ ਨਦਰ ਕਰਮ ਹੋਵੇ, ਹਿਰਦੈ ਤਿਨਾ ਸਮਾਣੀ। ਪੀਵੋ ਅੰਮ੍ਰਿਤ ਸਦਾ ਰੋ ਹਰ ਰੰਗ, ਜਪਿਓ ਸਾਰਿੰਗ ਪਾਣੀ। ਕਹੇ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ। ਇਹ ਸੱਚੀ ਬਾਣੀ ਦੀ ਤਾਕੀਦ ਕੀਤੀ ਗਈ। ਸ਼ਬਦ ਕਹਿੰਦੇ ਕੱਚੀ ਬਾਣੀ ਨਹੀਂ। ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ। ਸ਼ਬਦ ਕਹਿੰਦੇ ਸਤਿਗੁਰੂ ਕੀ ਰੀਸੈ, ਖੋਰ ਕੱਚ ਪਿੱਛ ਬੋਲਦੇ, ਸੇ ਕੁੜਿਆਰ ਕੂੜੇ ਚੜ ਪੜੀ ਹੈ। ਹੁਣ ਧੰਨ ਗੁਰੂ ਨਾਨਕ ਦੇ ਪਾਤਸ਼ਾਹ ਜੀ ਤੋਂ ਲੈ ਕਰਕੇ ਹੀ ਇਹ ਕੱਚੀ ਬਾਣੀ ਆਰੰਭ ਹੋ ਗਈ ਸੀ। ਸਗਲੀ ਗ੍ਰੰਥ ਉਸ ਤੋਂ ਬਾਅਦ ਆਉਂਦਿਆਂ ਆਉਂਦਿਆਂ ਪ੍ਰਚਾਰ ਗੁਰੂ ਅਮਰਦਾਸ ਪਾਤਸ਼ਾਹ ਜੀ ਤੱਕ ਇਹਦਾ ਪ੍ਰਚਾਰ ਹੋਣਾ ਸ਼ੁਰੂ ਹੋ ਗਿਆ। ਤੇ ਭਾਈ ਹੰਦਾਲ ਇਹਦਾ ਪੁੱਤਰ ਹੈ ਵਿਧੀ ਚੰਦ। ਇਹ ਉਹ ਵਿਧੀ ਚੰਦ ਨਹੀਂ ਜਿਹੜਾ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਵੇਲੇ ਹੋਇਆ। ਇਹ ਭਾਈ ਹੰਦਾਲ ਦਾ ਪੁੱਤਰ ਹੈ। ਇਹਨੇ ਕੱਚੀ ਬਾਣੀ ਦੀ ਵਿਚਾਰ ਆਰੰਭ ਕੀਤੀ, ਲੋਕਾਂ ਨੂੰ ਦੱਸਣ ਲੱਗ ਪਿਆ। ਹੁਣ ਇੱਕ ਰਲਾ ਪੈਣਾ ਸ਼ੁਰੂ ਹੋ ਗਿਆ ਸੱਚੀ ਬਾਣੀ ਤੇ ਕੱਚੀ ਬਾਣੀ ਦੇ ਅੰਦਰ। ਹੁਣ ਸੱਚੀ ਬਾਣੀ ਸਾਹਿਬ ਦੀ ਜੋ ਸੱਚੀ ਬਾਣੀ ਸੀ ਉਹ ਇਕੱਤਰ ਕੀਤੀ ਗਈ, ਪਰ ਇਧਰ ਦੂਸਰੇ ਬੰਨੇ ਵਿਧੀ ਚੰਦ ਜੋ ਭਾਈ ਹੰਦਾਲ ਦਾ ਪੁੱਤਰ ਹੈ ਉਹ ਕੱਚੀ ਬਾਣੀ ਦੀ ਗੱਲ ਕਰਦਾ ਹੈ। ਤੇ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਤੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਜਿਸ ਤਰ੍ਹਾਂ ਆਪਨੇ ਸਰਵਣ ਕੀਤਾ ਕਿ ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵੋ ਸੱਚੀ ਬਾਣੀ। ਸਭ ਨੇ ਤਾਕੀਦ ਕਰ ਦਿੱਤੀ ਗੁਰੂ ਕੇ ਸਿੱਖਾ ਅੱਜ ਤੋਂ ਬਾਅਦ ਜੇ ਤੂੰ ਬਾਣੀ ਗਾਣੀ ਹੈ ਤੇ ਸੱਚ ਕੀ ਬਾਣੀ ਗਾਣੀ ਹੈ। ਆ ਕੱਚੀ ਬਾਣੀ ਰਚਨ ਵਾਲੇ ਵੀ ਅਨੇਕਾਂ ਜੀਵ ਇਸ ਧਰਤੀ ਤੇ ਪੈਦਾ ਹੋ ਚੁੱਕੇ ਕਾ। ਅੱਜ ਤੋਂ ਬਾਅਦ ਸੱਚ ਕੀ ਬਾਣੀ ਜੋ ਨਾਨਕ ਆਖੇ। ਸਭ ਕਹਿੰਦੇ ਜੋ ਗੁਰੂ ਨਾਨਕ ਦੇ ਪਾਤਸ਼ਾਹ ਜੀ ਨੇ ਸੱਚੀ ਗੱਲ ਕੀਤੀ ਹੈ ਨਾ, ਉਸ ਸੱਚੀ ਬਾਣੀ ਨੂੰ ਹੀ ਆਪਾਂ ਗਾਉਣਾ ਹੈ, ਉਸ ਅਨੁਸਾਰੀ ਜੀਵਨ ਬਤੀਤ ਕਰਨਾ। ਤੇ ਸਾਹਿਬ ਨੇ ਅਗਲੀ ਪੌੜੀ ਦੇ ਅੰਦਰ ਬਖਸ਼ਿਸ਼ ਕੀਤੀ। ਸਾਹਿਬ ਕਹਿੰਦੇ ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਤਿਗੁਰੂ ਬਾਝੋਂ ਹੋਰ ਕੱਚੀ ਬਾਣੀ। ਸਤਿਗੁਰ ਕੀ ਰੀਸੈ ਹੋਰ ਕੱਚ ਪਿੱਛ ਬੋਲਦੇ। ਉਸ ਤੋਂ ਬਾਅਦ ਸਭ ਕਹਿੰਦੇ ਇੱਕ ਸੰਸਾਰੀ ਜੀਵ ਆਮ ਇਨਸਾਨ ਵਿਚਰਨ ਵਾਲਾ, ਉਹਨੇ ਵੇਖਿਆ ਕਿ ਗੱਲ ਆਪ ਜੀ ਨੂੰ ਸਮਝ ਆ ਜਾਵੇ। ਉਹਨੇ ਵੇਖਿਆ ਕਿ ਰਾਜਾ ਜੋ ਨਗਰ ਦਾ ਰਾਜਾ ਬਹੁਤ ਨਿਆਂਕਾਰੀ ਹੈ, ਹਰੇਕ ਚੀਜ਼ ਦਾ ਨਿਆਂ ਕਰਦਾ ਹੈ। ਕਹਿੰਦਾ ਮੈਂ ਅੱਜ ਰਾਜੇ ਨੂੰ ਪਰਖਣਾ ਹੈ ਕਿਸ ਤਰ੍ਹਾਂ ਨਿਆਂ ਕਰਦਾ ਹੈ। ਇਹਨੇ ਕੀ ਕੀਤਾ, ਦੋ ਗੁਲਦਸਤੇ ਲਏ। ਇੱਕ ਗੁਲਦਸਤਾ ਪੂਰਨ ਤੌਰ ਤੇ ਜਿਹਦੇ ਅੰਦਰ ਫੁੱਲਾਂ ਦੇ ਅੰਦਰ ਰਸ ਹੈ, ਜਿਹਦੇ ਫੁੱਲ ਅਸਲੀ ਹਨ। ਦੂਸਰਾ ਗੁਲਦਸਤਾ ਉਹ ਹੈ ਜਿਹਦੇ ਫੁੱਲ ਬਨਾਉਟੀ ਨੇ, ਜਿਹੜਾ ਗੁਲਦਸਤਾ ਬਨਾਉਟੀ ਹੈ ਪਰ ਉਹਦੀ ਰੂਪ ਰੇਖਾ ਐਸੀ ਤਿਆਰ ਕਰਤੀ ਕਿ ਉਹ ਲੱਗੇ ਨਾ ਕਿ ਇਹ ਨਕਲੀ ਹੈ। ਹੁਣ ਦੋਵੇਂ ਗੁਲਦਸਤੇ ਲੈ ਕਰਕੇ ਇਹ ਰਾਜੇ ਦੇ ਦਰਬਾਰ ਦੇ ਅੰਦਰ ਐਂਟਰ ਕਰਨ ਲੱਗਾ, ਅੰਦਰ ਜਾਣ ਲੱਗਾ। ਇਹਨੇ ਕਿਹਾ ਰਾਜਨ ਤੂੰ ਬਹੁਤ ਨਿਆਂਕਾਰੀ ਰਾਜਾ ਹੈ ਨਾ, ਤੇ ਅੱਜ ਮੈਂ ਤੇਰੇ ਤੋਂ ਨਿਆਂ ਦੀ ਗੱਲ ਪੁੱਛਣ ਆਇਆ। ਆ ਦੋ ਗੁਲਦਸਤੇ ਨੇ, ਤੂੰ ਆਪਣੀ ਤਖਤ ਤੋਂ ਉੱਠਣਾ ਨਹੀਂ ਤੇ ਮੈਂ ਐਡੀ ਦੂਰ ਖਲੋ ਕੇ ਤੇਰੇ ਤੋਂ ਇਹ ਗੱਲ ਪੁੱਛਦਾ ਹਾਂ। ਇਹਨਾਂ ਦੋਵਾਂ ਗੁਲਦਸਤਿਆਂ ਦੇ ਅੰਦਰੋਂ ਅਸਲੀ ਗੁਲਦਸਤਾ ਕਿਹੜਾ ਹੈ ਤੇ ਬਨਾਉਟੀ ਗੁਲਦਸਤਾ ਕਿਹੜਾ ਹੈ। ਹੁਣ ਦੋਵਾਂ ਦੀ ਰੂਪ ਰੇਖਾ ਐਸੀ ਹੈ ਕੋਈ ਵੀ ਜੀਵ ਪਹਿਚਾਨ ਨਹੀਂ ਸਕਦਾ ਕਿ ਨਕਲੀ ਕਿਹੜਾ ਹੈ ਤੇ ਅਸਲੀ ਕਿਹੜਾ, ਕਿਉਂਕਿ ਰੂਪ ਰੇਖਾ ਐਸੀ ਹੈ। ਦੋਵਾਂ ਦੀ ਬਨਾਵਟ, ਦੋਵਾਂ ਦੇ ਰੰਗ, ਦੋਵਾਂ ਦੇ ਪੱਤੇ ਇੱਕੋ ਵਰਗੇ ਹਨ। ਤੇ ਰਾਜੇ ਨੂੰ ਜਿਸ ਸਮੇਂ ਇਹ ਗੱਲ ਕਹੀ, ਰਾਜਾ ਵੀ ਦੁਬਦਾ ਦੇ ਅੰਦਰ ਪੈ ਗਿਆ। ਕਹਿੰਦਾ ਥੋੜਾ ਸਮਾਂ ਚਾਹੀਦਾ ਹੈ। 10-15 ਮਿੰਟ ਜਿਸ ਸਮੇਂ ਬੀਤੇ, ਇਹਨੇ ਨੂੰ ਇੱਕ ਸ਼ਹਿਦ ਦੀ ਮੱਖੀ ਆਈ। ਉਹ ਸ਼ਹਿਦ ਦੀ ਮੱਖੀ ਜੋ ਅਸਲੀ ਫੁੱਲ ਸਨ ਉਹਨਾਂ ਫੁੱਲਾਂ ਦੇ ਉੱਪਰ ਮਡਰਾਉਣ ਲੱਗੀ। ਤੇ ਜਿਸ ਸਮੇਂ ਉਹ ਸ਼ਹਿਦ ਦੀ ਮੱਖੀ ਉਸ ਫੁੱਲ ਤੇ ਮਡਰਾਈ, ਰਾਜੇ ਨੂੰ ਪਤਾ ਲੱਗ ਗਿਆ ਕਿ ਇਹ ਜੋ ਫੁੱਲ ਹੈ ਸੱਜੇ ਖੱਤ ਦੇ ਅੰਦਰ ਵਾਲਾ ਗੁਲਦਸਤਾ ਅਸਲੀ ਹੈ। ਤੇ ਇੰਨਾ ਕੁ ਭੁਲੇਖਾ ਸੀ, ਗੁਲਦਸਤੇ ਲਿਆਉਣ ਵਾਲੇ ਨੇ ਵੀ ਆਪਣੇ ਖੱਤ ਤੇ ਲਿਖਿਆ ਸੀ ਕਿ ਸੱਜੇ ਖੱਤ ਵਾਲਾ ਅਸਲੀ ਗੁਲਦਸਤਾ ਹੈ ਤੇ ਖੱਬੇ ਖੱਤ ਵਾਲਾ
ਨਕਲੀ ਕੈ। ਉਹਨੇ ਵੀ ਖੱਤਾਂ ਤੇ ਲਿਖ ਕੇ ਲਿਆਉਂਦਾ, ਪਰ ਜਿਸ ਸਮੇਂ ਰਾਜਨ ਨੂੰ ਕਿਹਾ ਗਿਆ, ਰਾਜਨ ਨੇ ਵੇਖਿਆ, ਕਹਿੰਦਾ ਸੱਜੇ ਖੱਤ ਵਾਲਾ ਅਸਲੀ ਏ। ਇਹ ਕਹਿੰਦਾ ਰਾਜਨ ਇੱਕ ਵਾਰੀ ਹੋਰ ਸੋਚ ਲੈ, ਇਹ ਸੰਸਾਰ ਦੇ ਲੋਕ ਤੈਨੂੰ ਨਿਆਇਕਾਰੀ ਰਾਜਾ ਸਮਝਦੇ ਕਨ, ਵੇਖੀ ਕਿਤੇ ਗਲਤ ਉੱਤਰ ਨਾ ਦੇ ਦੇਵੀਂ। ਤੇ ਰਾਜਨ ਕਹਿੰਦਾ ਨਹੀਂ ਭਲਿਆ, ਮੈਂ ਜੋ ਉੱਤਰ ਦਿੱਤਾ ਹੈ ਉਹ ਸਹੀ ਹੈ, ਇਹ ਸੱਜੇ ਖੱਤ ਵਾਲਾ ਗੁਲਦਸਤਾ ਅਸਲੀ ਹੈ। ਹੁਣ ਰਾਜਨ ਨੇ ਜਿਸ ਸਮੇਂ ਇਹ ਗੱਲ ਕਹੀ ਤੇ ਉਹ ਜੀਵ ਬਾਰ-ਬਾਰ ਇਹ ਗੱਲ ਕਹੀ ਜਾ ਰਿਹਾ, ਰਾਜਨ ਕਹਿੰਦਾ ਨਹੀਂ ਭਲਿਆ, ਇਹ ਸੱਜੇ ਖੱਤ ਵਾਲਾ ਅਸਲੀ ਹੈ। ਤੇ ਇਸ ਸਮੇਂ ਉਹਨੇ ਫਿਰ ਦੀਵਾਰ ਤੋਂ ਚਰਨੀ ਢਹਿ ਕੇ ਇਹ ਗੱਲ ਕਹੀ, ਰਾਜਨ ਆਪ ਨੂੰ ਪਤਾ ਕਿਸ ਤਰ੍ਹਾਂ ਲੱਗਾ? ਕਹਿੰਦਾ ਤੂੰ ਸੰਸਾਰ ਦੇ ਲੋਕਾਂ ਨੂੰ ਧੋਖਾ ਦੇ ਸਕਦਾ ਹੈ, ਤੂੰ ਮੈਨੂੰ ਵੀ ਧੋਖਾ ਦੇ ਸਕਦਾ ਹੈ, ਆ ਮੇਰੇ ਸੰਤਰੀਆਂ ਮੰਤਰੀਆਂ ਨੂੰ ਵੀ ਧੋਖਾ ਦੇ ਸਕਦਾ ਹੈ, ਪਰ ਭਲਿਆ ਆ ਸ਼ਹਿਦ ਦੀ ਮੱਖੀ ਨੂੰ ਤੂੰ ਧੋਖਾ ਨਹੀਂ ਦੇ ਸਕਦਾ। ਇਹ ਰਸ ਤੇ ਜਾਏਗੀ, ਇਹ ਸੁਗੰਧੀ ਤੇ ਜਾਵੇਗੀ, ਜਿੱਥੇ ਸੁਗੰਧੀ ਹੋਵੇਗੀ ਉੱਥੇ ਸ਼ਹਿਦ ਦੀ ਮੱਖੀ ਜਾਏਗੀ। ਇਹ ਬਨਾਵਟੀ ਫੁੱਲਾਂ ਦੀ ਮਹਿਤਾਜ ਨਹੀਂ। ਸਭ ਕਹਿੰਦੇ ਇਸੇ ਤਰ੍ਹਾਂ ਅੱਜ ਗੁਰੂ ਕਾ ਸਿੱਖ ਵੀ ਸਭ ਕਹਿੰਦੇ ਜਿਸ ਤਰ੍ਹਾਂ ਸ਼ਹਿਦ ਦੀ ਮੱਖੀ ਬਨਾਵਟੀ ਫੁੱਲਾਂ ਦੀ ਮੁਹਤਾਜ ਨਹੀਂ, ਬਨਾਵਟੀ ਫੁੱਲਾਂ ਤੇ ਬਹਿੰਦੀ ਨਹੀਂ, ਉਹਨੂੰ ਪਤਾ ਹੈ ਜਿੱਥੋਂ ਸੁਗੰਧੀ ਆਉਂਦੀ ਹੈ ਉੱਥੇ ਰਸ ਵੀ ਹੈ, ਤੇ ਜਿੱਥੇ ਰਸ ਹੈ ਉਸ ਰਸ ਨੂੰ ਚੂਸ ਕੇ ਇੱਕ ਦਿਨ ਉਸੇ ਹੀ ਫੁੱਲ ਦੇ ਅੰਦਰ ਉਹ ਅਪੇਦ ਹੋ ਜਾਂਦਾ, ਉਹ ਭੌਰਾ, ਉਹ ਮੱਖੀ ਉਹਦੇ ਅੰਦਰ ਰਸ ਚੂਸਦੀ ਹੈ। ਤੇ ਸਭ ਕਹਿੰਦੇ ਇਸੇ ਤਰ੍ਹਾਂ ਭਲਿਆ ਤੂੰ ਉਹਨਾਂ ਮੱਖੀਆਂ ਤੋਂ ਗਿਰਿਆ ਹੋਇਆ ਨਹੀਂ, ਤੈਨੂੰ ਸਭ ਨੇ ਇੰਨੀ ਕੁ ਬਖਸ਼ਿਸ਼, ਇੰਨੀ ਕੁ ਰਹਿਮਤ, ਇੰਨੀ ਕੁ ਸੋਚ ਬਖਸ਼ਿਸ਼ ਕੀਤੀ ਹੈ, ਉਸ ਮੱਖੀ ਤੋਂ ਤੇ ਗਿਰਿਆ ਹੋਇਆ ਨਹੀਂ। ਤੇਰੀ ਸੋਚ ਐਸੀ ਹੋਣੀ ਚਾਹੀਦੀ ਹੈ, ਉਹ ਮੱਖੀ ਰਸ ਚੂਸਦੀ ਪਈ ਹੈ, ਰਸ ਗ੍ਰਹਿਣ ਕਰਦੀ ਪਈ ਹੈ, ਤੇ ਉਹਨੂੰ ਪਤਾ ਹੈ ਅਸਲੀ ਫੁੱਲ ਕਨ, ਉਹ ਕਿਸੇ ਬਨਾਵਟੀ ਫੁੱਲ ਦੀ ਮੁਹਤਾਜ ਨਹੀਂ। ਅੱਜ ਕਿਉਂ ਗੁਰੂ ਕੇ ਸਿੱਖਾ ਤੂੰ ਬਨਾਵਟੀ ਗੁਰੂਆਂ ਦਾ ਮੁਹਤਾਜ ਬਣਿਆ ਫਿਰਦਾ? ਅੱਜ ਬਨਾਵਟੀ ਗੁਰੂਆਂ ਦਾ ਤੂੰ ਮੁਹਤਾਜ ਬਣ ਕੇ ਰਹਿ ਗਿਆ, ਉਹਨਾਂ ਦੇ ਡੇਰਿਆਂ ਤੇ ਜਾਣਾ ਹੈ, ਉਹਨਾਂ ਦੇ ਪਾਸੋਂ ਜਾ ਕਰਕੇ ਉਹ ਗੱਲਾਂ ਸੁਣਦਾ ਜਿਹੜੀ ਬਾਣੀ ਸੱਚ ਦੀ ਨਹੀਂ, ਜਿਹੜੀ ਗੱਲ ਸੱਚ ਦੀ ਨਹੀਂ, ਜਿਹੜੇ ਆਪ ਤਲ ਦੇ ਉੱਪਰ ਟਿਕੇ ਨਹੀਂ ਹੋਏ। ਇੱਕ ਬਨਾਵਟੀ ਫੁੱਲ ਦੀਆਂ ਜੜਾਂ ਦੇ ਅੰਦਰ ਕੋਈ ਰਸ ਨਹੀਂ, ਉਹਦੇ ਪੱਤਿਆਂ ਦੇ ਅੰਦਰ ਕੋਈ ਵੀ ਐਸੀ ਜੜ ਚੇਤਨਾ ਨਹੀਂ, ਫੁੱਲਾਂ ਦੇ ਅੰਦਰ ਸੁਗੰਧੀ ਨਹੀਂ, ਫਲਾਂ ਦੇ ਅੰਦਰ ਰਸ ਨਹੀਂ। ਤੇ ਸਭ ਕਹਿੰਦੇ ਫਿਰ ਕੋਈ ਜੀਵ ਉਸ ਬਨਾਵਟੀ ਫੁੱਲ ਦੇ ਕੋਲ ਜਾਵੇਗਾ? ਨਹੀਂ, ਅਸਲੀ ਦੇ ਰਸ ਦੇ ਕੋਲ ਜਾਵੇਗਾ, ਜਿੱਥੋਂ ਪਤਾ ਹੈ ਉਹਦਾ ਅੰਦਰੋਂ ਰਸ ਮਿਲਣਾ, ਫਲ ਮਿਲਣਾ। ਇਸੇ ਤਰ੍ਹਾਂ ਚੱਲਦੇ ਹੋਏ ਗੁਰੂ ਅਮਰਦਾਸ ਪਾਤਸ਼ਾਹ ਜੀ ਤੋਂ ਬਾਅਦ ਗੁਰੂ ਰਾਮਦਾਸ ਮਹਾਰਾਜ ਜੀ ਦੀ ਵਾਰੀ ਆਈ, ਉਹਨਾਂ ਨੇ ਬਖਸ਼ਿਸ਼ ਕੀਤੀ। ਸਭ ਕਹਿੰਦੇ ਇਸ ਸਿੱਖੋ ਆਓ ਸਭ ਦੀ ਬਾਣੀ, ਦਤਾਰ ਦੀ ਬਾਣੀ ਨਾਲ ਜੁੜ ਕਰਕੇ ਆਪਣੇ ਜੀਵਨ ਨੂੰ ਸਫਲ ਕਰੀਏ। ਤੇ ਗੁਰੂ ਰਾਮਦਾਸ ਮਹਾਰਾਜ ਜੀ ਨੇ ਇਹ ਬਖਸ਼ਿਸ਼ ਕੀਤੀ, ਬਾਣੀ ਗੁਰੂ ਗੁਰੂ ਕੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰ ਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਉਸ ਤੋਂ ਬਾਅਦ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਵਾਰੀ ਆਈ, ਤੇ ਇਧਰ ਪ੍ਰੀਤੀਏ ਦਾ ਪੁੱਤਰ ਮਿਹਰਬਾਨ ਹੈ, ਇਹ ਸੱਚੀ ਬਾਣੀ ਨੂੰ ਵਿਗਾੜ ਕਰਕੇ ਕੈਸੀ ਰੂਪ ਰੇਖਾ ਤਿਆਰ ਕਰ ਦਿੱਤੀ। ਉਸ ਫੁੱਲ ਦੀ ਤਰ੍ਹਾਂ, ਬਨਾਵਟੀ ਫੁੱਲ ਦੀ ਤਰ੍ਹਾਂ ਇਹਨੇ ਵੀ ਇੱਕ ਗ੍ਰੰਥ ਰਚ ਦਿੱਤਾ, ਤੇ ਮਿਹਰਬਾਨ ਦੀਆਂ ਬਕਾਇਦਾ ਉਹ ਗੋਸ਼ਟਾਂ ਮਿਲਦੀਆਂ ਕਨ, ਇੱਕ ਅਲੱਗ ਗ੍ਰੰਥ ਰਚ ਦਿੱਤਾ। ਤੇ ਨਾਮ ਗੁਰੂ ਨਾਨਕ ਦੇ ਪਾਤਸ਼ਾਹ ਜੀ ਦਾ ਕੀ ਵਰਤਿਆ? ਨਾਮ ਇਹਨੇ ਵੀ ਗੁਰੂ ਨਾਨਕ ਦੇ ਪਾਤਸ਼ਾਹ ਜੀ ਦਾ ਵਰਤਿਆ। ਕਿਉਂ? ਕਿਉਂਕਿ ਜਿਹੜੇ ਇਹ ਸਿੱਖ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਦਰਬਾਰ ਅੰਦਰ ਜਾਂਦੇ ਕਨ, ਇਹ ਭੁਲੇਖਾ ਕਰਕੇ ਸਾਡੇ ਘਰ ਦੇ ਅੰਦਰ ਆਉਣ, ਤਾਂ ਕਿ ਸਾਡੀਆਂ ਗੋਲਕਾਂ ਵੱਧ ਜਾਣ, ਸਾਡੇ ਪਾਸ ਮਾਇਆ ਬੇਅੰਤ ਆ ਜਾਵੇ, ਸਾਡੇ ਪਾਸ ਧਨ ਇੰਨਾ ਕੁ ਹੋਵੇ ਤਾਂ ਕਿ ਅਸੀਂ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਨੀਚਾ ਵਿਖਾ ਸਕੀਏ, ਉਹਨਾਂ ਨੂੰ ਥੱਲੇ ਗੇਰ ਸਕੀਏ। ਪਰ ਅਪਾਰ ਬਖਸ਼ਿਸ਼ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ, ਜੇ ਉਸ ਸਮੇਂ ਸਿੱਖ ਇੰਨੇ ਕੁ ਪ੍ਰਤੱਖ ਸਨ, ਆਪਣੇ ਸੱਚੇ ਸਤਿਗੁਰੂ ਦੀ ਸੱਚੀ ਬਾਣੀ ਨੂੰ ਪਹਿਚਾਨ ਲੈਂਦੇ ਸਨ ਕਿ ਇਹ ਬਾਣੀ ਮੇਰੇ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ, ਧੰਨ ਗੁਰੂ ਨਾਨਕ ਦੇਵ ਮਹਾਰਾਜ, ਧੰਨ ਗੁਰੂ ਅੰਗਦ ਦੇਵ ਮਹਾਰਾਜ, ਧੰਨ ਗੁਰੂ ਰਾਮਦਾਸ ਮਹਾਰਾਜ, ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਬਾਣੀ ਹੈ। ਤੇ ਸਿੱਖਾ ਅੱਜ ਕੀ ਹੋ ਗਿਆ? ਤੂੰ ਉਸ ਕੱਚੀ ਬਾਣੀ ਦੇ ਮਗਰ ਲੱਗ ਗਿਆ ਜਿਸ ਤੋਂ ਇਹ ਤਾਕੀਦ ਕੀਤੀ ਸੀ ਕਿ ਭਲਿਆ ਇਸ ਕੱਚੀ ਬਾਣੀ ਤੋਂ ਬਚ ਕੇ ਚੱਲੀ। ਸੱਚੀ ਬਾਣੀ ਅਨੁਸਾਰ ਜੀਵਨ ਬਤੀਤ ਕਰਨ ਦੀ ਸਭ ਗੱਲ ਕਹਿੰਦੇ।
ਹੁਣ ਪ੍ਰਿਥੀਆ ਆਪਣਾ ਗ੍ਰੰਥ ਰਚਿਆ ਤੇ ਕੇਸਰ ਸਿੰਘ ਛਿੱਬਰ ਨੇ ਲਿਖਿਆ ਕਿ ਮਿਹਰਬਾਨ ਪੁੱਤਰ ਪ੍ਰਿਥੀਏ ਕਾ ਕਵਿਸ਼ਰੀ ਕਰੈ, ਹਿੰਦੀ ਅਤੇ ਫਾਰਸੀ ਨਾਲ ਸੰਸਕ੍ਰਿਤ ਪੜੈ, ਤਿਨ ਤੇ ਬਾਣੀ ਬਹੁਤ ਬਣਾਈ, ਭੋਗ ਸ਼੍ਰੀ ਗੁਰੂ ਨਾਨਕ ਜੀ ਕਾ ਪਾਈ, ਨਾਨਕ ਪਦ ਦੀ ਵਰਤੋਂ ਕੀਤੀ। ਇਸੇ ਤਰ੍ਹਾਂ ਇਹ ਸਮਾਂ ਬਤੀਤ ਹੁੰਦਾ ਗਿਆ। ਇਧਰ ਮਿਹਰਬਾਨ ਨੇ ਐਸਾ ਗ੍ਰੰਥ ਰਚਿਆ ਹੈ ਜਿਸ ਗ੍ਰੰਥ ਦੇ ਅੰਦਰ ਗੁਰੂ ਨਾਨਕ ਦਾ ਨਾਮ ਲੈ ਕਰਕੇ ਲੋਕਾਂ ਨੂੰ ਭਰਮਾ ਕਰਕੇ ਮਾਇਆ ਇਕੱਤਰ ਕਰ ਰਿਹਾ ਹੈ। ਤੇ ਇਸ ਤੋਂ ਬਾਅਦ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਆਏ, ਉਸ ਤੋਂ ਬਾਅਦ ਧੰਨ ਗੁਰੂ ਖਰ ਰਾਏ ਪਾਤਸ਼ਾਹ ਜੀ ਆਏ, ਉਸ ਤੋਂ ਬਾਅਦ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਆਏ। ਇਹਨਾਂ ਤਿੰਨ ਗੁਰੂ ਸਾਹਿਬਾਨਾਂ ਨੇ ਬਾਣੀ ਨਹੀਂ ਰਚੀ ਤੇ ਕੋਈ ਵੀ ਇਸ ਤੋਂ ਬਾਅਦ ਕੱਚੀ ਬਾਣੀ ਰਚਣ ਵਾਲਾ ਨਹੀਂ ਆਇਆ। ਪ੍ਰਚਾਰ ਜ਼ਰੂਰ ਹੁੰਦਾ ਰਿਹਾ, ਪਰ ਉਸ ਤੋਂ ਬਾਅਦ ਧੰਨ ਗੁਰੂ ਨੌਵਾਂ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਜਿਸ ਸਮੇਂ ਗੁਰਤਾ ਗੱਦੀ ਤੇ ਬੈਠੇ, ਬਾਣੀ ਰਚੀ। ਉਸ ਸੱਚੀ ਬਾਣੀ ਦੇ ਫਿਰ ਸਾਹਮਣੇ ਇੱਕ ਕੱਚੀ ਬਾਣੀ ਰਚਣ ਵਾਲੇ ਧੀਰ ਮੱਲੀਏ ਪੈਦਾ ਹੋ ਗਏ। ਹੁਣ ਇਹਨਾਂ ਧੀਰ ਮੱਲੀਆਂ ਨੇ ਵੀ ਆਪਣਾ ਇੱਕ ਅਲੱਗ ਗ੍ਰੰਥ ਰਚ ਦਿੱਤਾ। ਤੇ ਯਾਦ ਰੱਖਣਾ ਇਤਿਹਾਸ ਗਵਾਹ ਹੈ ਇਸ ਗੱਲ ਦਾ, ਜਿਸ ਸਮੇਂ ਇਹ ਪੋਥੀਆਂ ਇਹਨਾਂ ਧੀਰ ਮੱਲੀਆਂ ਕੋਲ ਚੱਲ ਪਈਆਂ, ਇਹਨਾਂ ਦੇ ਕੋਲ ਕਈਆਂ, ਇਹਨਾਂ ਨੇ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੂੰ ਜੋ ਸੱਚ ਕੀ ਬਾਣੀ ਸੀ ਉਹ ਗ੍ਰੰਥ ਦੇਣ ਤੋਂ ਇਨਕਾਰ ਕਰ ਦਿੱਤਾ। ਕਹਿੰਦੇ ਗ੍ਰੰਥ ਨਹੀਂ ਮਿਲੇਗਾ। ਉੱਥੇ ਬਕਾਇਦਾ ਝਗੜਾ ਵੀ ਹੋਇਆ, ਵਿਖਾਦ ਵੀ ਹੋਇਆ, ਗੋਲੀ ਵੀ ਚੱਲੀ, ਪਰ ਸਾਹਿਬ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਵਾਲ-ਵਾਲ ਬਚ ਗਏ। ਤੇ ਮੱਖਣ ਸ਼ਾਹ ਨੇ ਗੱਲ ਕੀ ਸੀ, ਸਾਹਿਬਾ ਇਹਨਾਂ ਨੇ ਆਪ ਦੇ ਉੱਪਰ ਗੋਲੀ ਚਲਾਈ, ਕੋ ਦੱਸੋ ਇਹਨਾਂ ਦਾ ਤਹਿਸ ਨਹਿਸ ਕਰ ਦਿੱਤਾ ਜਾਵੇ। ਤੇ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਕਹਿੰਦੇ ਨਹੀਂ, ਇਹਨਾਂ ਨੂੰ ਕੁਝ ਨਹੀਂ ਕਰਨਾ, ਇਹ ਸਾਹਿਬ ਦਾ ਹੁਕਮ ਸੀ, ਜੋ ਭਾਣਾ ਸੀ ਉਹ ਭਾਣਾ ਵਰਤ ਗਿਆ। ਹੁਣ ਕੱਚੀ ਬਾਣੀ ਧੀਰ ਮੱਲੀਆਂ ਨੇ ਵੀ ਰਚੀ ਤੇ ਇਹਨਾਂ ਨੇ ਵੀ ਪ੍ਰਚਾਰ ਬਾਖੂਬ ਕੀਤਾ ਕਿ ਅਸੀਂ ਵੀ ਇੱਕ ਆਪਣਾ ਅਲੱਗ ਗੁਰੂ ਡੰਮ ਚਲਾ ਸਕੀਏ। ਇਹਨਾਂ ਨੇ ਵੀ ਆਪਣਾ ਅਲੱਗ ਗੁਰੂ ਡੰਮ ਚਲਾਇਆ ਤੇ ਤਾਈਓ ਰਹਿਤ ਮਰਿਆਦਾ ਦੇ ਅੰਦਰ ਤਾਕੀਦ ਕਰ ਦਿੱਤੀ, ਗੁਰੂ ਕਾ ਸਿੱਖ ਅੱਜ ਤੋਂ ਬਾਅਦ ਨਾ ਮੀਣਿਆਂ ਨਾਲ, ਨਾ ਧੀਰ ਮੱਲੀਆਂ ਨਾਲ, ਨਾ ਸਿਰ ਗੁੰਬਾਂ ਨਾਲ, ਇਹਨਾਂ ਨਾਲ ਰੋਟੀ ਬੇਟੀ ਕੀ ਸਾਂਝ ਨਹੀਂ ਕਰੇਗਾ। ਇਹਨਾਂ ਨਾਲ ਕੋਈ ਸਾਂਝ ਨਹੀਂ ਕਰਨੀ ਜੋ ਗੁਰੂ ਕਾ ਸਿੱਖ ਹੈ। ਸਭ ਕਹਿੰਦੇ ਇਹਨਾਂ ਨਾਲ ਸਾਂਝ ਨਾ ਬਣਾਈ ਭਲਿਆ, ਇਹ ਆਪ ਕੱਚੇ ਖਾਨ, ਤੈਨੂੰ ਵੀ ਕੱਚ ਨਾਲ ਜੋੜ ਦੇਣਗੇ। ਸੱਚ ਕੀ ਬਾਣੀ ਤੋਂ ਇਹਨਾਂ ਨੇ ਓਲਾ ਰੱਖਿਆ ਤੇ ਸੱਚ ਕੀ ਬਾਣੀ ਤੋਂ ਤੈਨੂੰ ਦੂਰ ਰੱਖਣਾ ਚਾਹੁੰਦੇ ਹਨ। ਤੇ ਮੇਰੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਆ ਕਰਕੇ ਸ਼ਬਦ ਦੀ ਸੱਚੀ ਬਾਣੀ ਅਨੁਸਾਰ ਜੀਵਨ ਬਤੀਤ ਕਰ। ਦਸਵੇਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਵਾਰੀ ਆਈ ਤੇ ਯਾਦ ਰੱਖਣਾ ਇੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸੰਪੂਰਨਤਾ, ਇੱਕ ਗ੍ਰੰਥ ਜੋ ਆਪਣੇ ਪਾਸ ਹੈ, ਜਿਹਨੂੰ ਆਪਾਂ ਨਿਤਾ ਪ੍ਰਤੀ ਹਰ ਰੋਜ਼ ਨਤਮਸਤਕ ਹੁੰਨੇ ਆ, ਉਹ ਪੂਰਨ ਤੌਰ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਡੇ ਸਿੱਖਾਂ ਦੇ ਪੇਟੇ ਸਾਨੂੰ ਇਹ ਬਖਸ਼ਿਸ਼, ਇਹ ਰਹਿਮਤ ਵਰਤਾ ਦਿੱਤੀ। ਅੱਜ ਤੋਂ ਬਾਅਦ ਜੇ ਕਿਸੇ ਨੇ ਸੀਸ ਝੁਕਾਣਾ ਹੈ ਤੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ, ਇਸ ਤੋਂ ਇਲਾਵਾ ਕਿਸੇ ਨੂੰ ਸੀਸ ਨਾ ਝੁਕਾਇਓ। ਪਹਿਲਾਂ ਬਾਣੀ ਸੀ, ਪਹਿਲਾਂ ਸ਼ਬਦ ਸੀ। ਜਦੋਂ ਸਿੱਧਾਂ ਨੇ ਸਵਾਲ ਕੀਤਾ ਸੀ ਤੇਰਾ ਕਵਨ ਗੁਰੂ ਇਸਕਾ ਤੂੰ ਚੇਲਾ, ਤੇ ਗੁਰੂ ਨਾਨਕ ਦੇ ਪਾਤਸ਼ਾਹ ਜੀ ਨੇ ਕਿਹਾ ਸੀ ਸ਼ਬਦ ਗੁਰੂ ਸੁਰਤ ਧੁਨ ਚੇਲਾ। ਉਸ ਤੋਂ ਬਾਅਦ ਗੁਰੂ ਅਮਰਦਾਸ ਮਹਾਰਾਜ ਜੀ ਨੇ ਬਾਣੀ ਕੀ ਗੱਲ ਕੀਤੀ, ਗੁਰੂ ਰਾਮਦਾਸ ਮਹਾਰਾਜ ਜੀ ਨੇ ਬਾਣੀ ਕੀ ਗੱਲ ਕੀਤੀ, ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਬਾਣੀ ਦੀ ਗੱਲ ਕੀਤੀ। ਧੁਰ ਕੀ ਬਾਣੀ ਆਈ ਤਿਨ ਸਗਲੀ ਚਿੰਤ ਮਿਟਾਈ, ਦਿਆਲ ਪੁਰਖ ਮਿਹਰਬਾਨਾ। ਸਭ ਕਹਿੰਦੇ ਕਰ ਨਾਨਕ ਸਾਚ ਬਖਾਨਾ। ਸੱਚੀ ਬਾਣੀ ਦੀ ਗੱਲ ਕੀਤੀ। ਜਦੋਂ ਬਾਣੀ ਰਚਦੇ ਪਏ ਸਨ ਤੇ ਇੱਥੇ ਚਾਰ ਭਗਤ ਵੀ ਆਏ, ਕਾਨਾ, ਪੀਲੂ, ਛੱਜੂ ਤੇ ਸ਼ਾਹ ਹੁਸੈਨ। ਮੈਂ ਸੰਖੇਪ ਦੇ ਅੰਦਰ ਜਾਵਾਂ, ਸਿਰਫ ਇਹ ਗੱਲ ਦੱਸਣਾ ਚਾਹੁੰਦਾ, ਉਹਨਾਂ ਨੇ ਵੀ ਬਾਣੀ ਜਿਸ ਸਮੇਂ ਆ ਕਰਕੇ ਰਚੀ। ਸ਼ਾਹ ਹੁਸੈਨ, ਕਾਨਾ, ਪੀਲੂ, ਇਹ ਅਲੱਗ-ਅਲੱਗ ਇਹਨਾਂ ਨੇ ਵਾਰਤਾ ਕਹੀ। ਇੱਕ ਕਹਿੰਦਾ ਹੈ ਮੈਂ ਉਹ ਹੀਰੇ, ਮੈਂ ਉਹ ਹੀਰੇ। ਸਭ ਕਹਿੰਦੇ ਜਾ ਭਲਿਆ, ਸਾਡੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਦਰ ਤੇ ਗੱਲ ਉਹਨਾਂ ਦੀ ਆਈ ਹੈ ਜਿਹੜੇ ਆਪਣੇ ਆਪ ਦੀ ਗੱਲ ਨਹੀਂ ਕਹਿੰਦੇ। ਤੂੰ ਤੇ ਦੱਸਣਾ ਚਾਹੁੰਦਾ ਮੈਂ ਉਹ ਹੀਰੇ ਕਿ ਮੈਂ ਸ਼ਾਹ ਹੁਸੈਨ, ਮੈਂ ਉਹ ਕਾਂ, ਮੈਂ ਸੰਸਾਰ ਦੇ ਅੰਦਰ ਪ੍ਰਗਟ ਹੋ ਜਾਵਾਂ। ਪਰ ਸਭ ਕਹਿੰਦੇ ਇੱਥੇ ਤੇ ਉਹਨਾਂ ਦੀ ਗੱਲ ਆਈ ਹੈ ਜਿਹੜੇ ਇਹ ਗੱਲ ਕਹਿੰਦੇ ਹੈ ਕਬੀਰ ਤੂੰ ਕਰਤਾ ਤੂੰ ਹੁਆ, ਮੁਝ ਮੇ ਰਹਾ ਨਾ ਹੂ, ਜਬ ਆਪਾ ਪਰਕਾ ਮਿਟ ਗਿਆ ਜਤ ਦੇਖੂੰ ਤਤ ਤੂੰ ਭਲਿਆ। ਇੱਥੇ ਤੇ ਉਹਨਾਂ ਦੀ ਗੱਲ ਆਈ ਹੈ ਜਿਹੜੇ ਇਹ ਗੱਲ ਕਹਿੰਦੇ ਹਨ ਜਬ ਹਮ ਹੋਤੇ ਤਬ ਤੂੰ ਨਾਹੀ, ਅਬ ਤੂੰ ਹੀ मैं नाही।
ਇੱਥੇ ਤੇ ਉਹਨਾਂ ਦੀ ਗੱਲ ਆਈ ਹੈ ਜਿਹੜੇ ਆਪਣੇ ਆਪ ਨੂੰ ਮਾਰਨ ਦੀ ਗੱਲ ਕਰਦੇ ਨੇ। ਤੇ ਜਿਸ ਸਮੇਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਇਤਿਹਾਸ ਪੜ੍ਹ ਦੇਖੋ, ਸਭ ਨੇ ਅਨੇਕਾਂ ਵਾਰੀ ਸਭ ਨੇ ਇਹ ਤੂੰ ਹੀ ਦੀ ਰੱਟ ਲਗਾਈ। ਮਕਾ ਤੂੰ ਹੀ, ਅਲਾ ਤੂੰ ही, चला तू ही कह के सब ने क्या कि सब पिता तू है मेरा, मुझ में किछ नहीं जो किछ है सो तेरा, तेरा तुझको सौंपते क्या लागे, मेरा प्राणा दी खहूती आ प्राण आ श्वास ते तेरे बख्शिश कीते कोई कन सहबा, फिर तेरे तो इलावा मेरा इस संसार दे इस मिट्टी दे पुतले अंदर कुछ भी नहीं। तू कहना है मैं दी गल करना। उस तो बाद एक आया, उन्हें क्या इस्त्री नूं अज तो बाद अखां दे नाल वेखना बंद कर दो, जे किते मूर्त इस्त्री दी बनी होवे पत्थर दी ओनू भी ना वेखो। सब कहंदे भलिया तू संसार दे अंदर विचरदा कोया उसे निगाह नाल अपनी धी नूं वेखना होवेगा, संसार दे अंदर विचरदा होया उसे अखां दे नाल तू अपनी इस्त्री नूं वेखना होवेगा, संसार दे अंदर विचरदा होया तू उसे अखां दे नाल अपनी मां नूं वेखना होवेगा, संसार दे अंदर विचरदा होया ओखी अखां दे नाल अपनी दादी नूं वेखना होवेगा। तू कहना अखां बंद कर लो, अज तो बाद किसे नूं वेखना नहीं। सब कहंदे कन ए नेत्रो मेरेओ हर तुम में जो धरी, हर बिन अवर ना देखो कोई, हर बिन अवर ना देखो कोई, नदरी कर निहालिया पर जहर क्या ओ गल्लां नूं ਜਿਹੜੀਆਂ ਗੱਲਾਂ ਤੋਂ ਸਭ ਨੇ ਰਹਿਤ ਮਰਿਆਦਾ ਅੰਦਰ ਵਿਵਰਜਿਤ ਕੀਤਾ ਕਿ ਪਰ ਇਸਤਰੀ ਪਰ ਪੁਰਸ਼ ਦਾ ਸੰਗ ਨਹੀਂ। ਉੱਥੇ ਕਿਆ ਸਭ ਕਹਿੰਦੇ ਨਦਰੀ ਕਰ ਨਿਹਾਲਿਆ ਇਹ ਵਿਸ਼ ਸੰਸਾਰ ਤੁਮ ਦੇਖਦੇ, ਇਹ ਭਾਵੇਂ ਜ਼ਹਿਰ ਰੂਪੀ ਹੈ, ਇਹ ਵਿਸ਼ ਸੰਸਾਰ ਤੁਮ ਦੇਖਦੇ ਪਰ ਇਹ ਘਰ ਕਾ ਰੂਪ ਹੈ, ਘਰ ਰੂਪ ਨਦਰੀ ਆਇਆ। ਸਭ ਕਹਿੰਦੇ ਭਲਿਆ ਇੱਥੇ ਤੇ ਅੱਖਾਂ ਨਾਲ ਵੇਖਣ ਦੀ ਗੱਲ ਕੀਤੀ ਹੈ, ਇੱਥੇ ਤੇ ਅੱਖਾਂ ਨਾਲ ਵੇਖਣ ਦੀ ਗੱਲ ਕੀਤੀ। ਇਹ ਕਹਿੰਦੇ ਦਰਸ਼ਨ ਨਾ ਕਰੋ, ਇਹ ਕਹਿੰਦੇ ਕੰਨਾਂ ਨਾਲ ਬਾਣੀ ਨਾ ਸੁਣੋ, ਇਹ ਕਹਿੰਦੇ ਜੇਬਾਂ ਨਾਲ ਮੰਤਰ ਨਾ ਉਚਾਰਨ ਕਰੋ। ਤੇ ਸਭ ਵਾਰ-ਵਾਰ ਜਿਸ ਸਮੇਂ ਗੱਲ ਆਈ ਸਭ ਕਹਿੰਦੇ ਇਹ ਰਸਨਾ ਤੂੰ ਅਨ ਰਸ ਰਾਚ ਰਹੀ, तेरी प्यास ना जाए भूरत कीता जिचर हर रस, क्योंकि सच्ची बाणी दी गल है, जिचर हर रस पल्ले ना पाए, हर रस पिए पल्ले पियावे हर रस, ए हर रस करमी पाए, सतगुर मिले जिस होर अन रस सब विसरे, जां हर वसै आए। सब ने कहा कि उस बाणी अपनी जीवा ना उचारण करनी। फिर सुन दी गल कहंदी, सब ने चार पौड़ियां रच दित्तियां। सब कहंदे सुनिया सिद्ध पीर सुरनाथ, सुनिया धरतवल आकाश, सुनिया दीप लो पाताल, सुनिया पौ न सकै काल, नानक भगतां सदा विगास, सुनिया दूख पाप का नाश। ये कहंदा अखां नाल दर्शन ना करो ते सब कहंदे कान तू चो सज्जन मैंडिया, देई सिस उतार नैन महींजे तरस दे, कद पसी दीदार मैं ते तेरे दर्शना दी विलकना लेके बैठा का। सब कहंदे दर्शन प्यासी दिन सरात, चितवो अन दिन नीत, खोल कपट गुर मेलिया, नानक हर संग मीत। मेरे ते दर्शना दे अंदर लालसा है, दर्शन देख जीवा गुर तेरा, पूर्ण कर्म होए प्रभ मेरा, ए बिनंती सुन प्रभ मेरे, देखो नाम कर अपने चेहरे, अपनी शरण रात प्रभ दाते, गुर प्रसाद किन्ना विरले जाते, नानक एक करे अरदास, विसर नाही पूर्ण गुणतास। हे गुना निधान पातशाह मैनू आप विसरो ना, मैं तेरे निता प्रति दर्शन करदा रहां, हर रोज तेरे अगे अरदास बेनती जोदड़ी करदा रहां। सब कहंदे कच्ची बाणी उदों भी रची गई ते माफ करना अज दे समय दे अंदर भी अनेकां ऐसे जीव कन जिन्हां ने प्रकाश धन गुरु ग्रंथ साहिब महाराज जी दा अपने उन्हां डेरियां ते उन्हां अड्डियां दी गल करां। डेरा शब्द अलग है, अड्डे बना ले गए, उत्थे धन गुरु ग्रंथ साहिब महाराज जी दा प्रकाश भी है ते बाहर धूना भी चलदा पिया है, पर अनेकां दे भूत प्रेत भी कड्ढे जांदे ने। सब कहंदे इन्हां लोकां तो बचण दी ताकीद मैं तैनूं पहले समय तो कीती, पर जे तू मेरा सिख है इन्हां तो बच, ते जे नहीं फिर मैं तैनूं रोकदा नहीं, फिर तैनूं रोकदा नहीं। जे तू सिख ही नहीं फिर साहब ने रोकण दी गल नहीं कीती। सिख नूं कहा कि सच्ची बाणी पढ़, सच्चे नाल जुड़, सच अनुसार जीवन बतीत कर। इस सदका अज भी ਉਹ ਧਰਮ ਦੇ ਅੰਦਰ ਵਿਖਾਦ ਖੜੇ ਕਰਨ ਵਾਲੇ ਉਹ ਲੋਕ ਅੱਜ ਵੀ ਜੀਵਤ ਹਨ।
बड़े आए। आप जानते को मीडिया राही कई इस संसार दे उपर ओ जीव आए जिन्हां ने अपने ग्रंथ रच दिते ते धन गुरु ग्रंथ साहिब महाराज जी दी पवित्र बाणी दी उन्हां ने बेअदबी कीती। शब्द दे इस सच्ची बाणी दे स्वरूपां अंदरों पतरे ही कढ दिते गए। उन्हां दीयां गल्लां आप सारे जानते को। कई इस संसार दे उपर आए भनिहारां वाले होर कई इस संसार ते जीव ऐसे पैदा हो गए जिन्हां ने कच्ची बाणी नूं बढ़ावा दिता ते इन्हां भोले पाले लोकां नूं जिवें पंडित लुटदे सन, जिवें पंडित ठगियां मार के इन्हां लोकां नूं अपनी अनुसारी अपने दिते कोई मंत्रां दा गल दसदे सन। इसे तरह इन्हां जीवां ने भी संसार दे उपर अपना एक अड्डा स्थापित कर लिया, अपना एक राज स्थापित कर लिया गया कि असी इस अनुसारी चलांगे। शायद पिता जी बख्शिश कर दे के मेरे गुरु के सिखा मैं तेरे अगे यही बेनती यही अरजोई करदा, अज तो बाद आपां धन गुरु ग्रंथ साहिब महाराज जी दा पहला प्रकाश पुरब मना रहे हैं ते हरेक सिख नूं ये चाहीदा है जो मेरे साहिब पिता जी कहंदे कन जे असीं पति अपना उहनूं मनदे हां, जे असीं कंत अपना उहनूं मनदे हां ते जे एक सुहागन इस्त्री अपने कंत दे अनुसारी जीवन ना बतीत करे ते कदी भी संसार दे अंदर सांझ नहीं बनिया करदी। सब कहंदे भलिया तेरे अगे भी ये बेनती है जे तू मैनू अपना कंत मनदा है अपना पति मनदा है ते फिर मेरे अनुसार जीवन बतीत करन दी भी गल आई, उस अनुसार चलन की भी गल आई। साहिब पिता जी बख्शिश करन गुरु घर दे कीर्तनीए साहिबा दी हजूरी अंदर विराजमान हन। दिता होया समा समाप्ति है। धन गुरु ग्रंथ साहिब महाराज जी कृपा मेहरम करन। साहिब पिता जी इसे तरह अपनी बख्शिश मेहरम वरता के गुरमुख विचार अनुसार जीवन बतीत करन दे बल उदम नाम स्मरण दी दात बख्शिश करन। सो होइयां भुल्लां दास्तियां जान के दास्ती झोली अंदर पा देनियां। जो साहिबा की सच्ची विचार गुरु की विचार सी उन्होंने हिरदे अंदर वसा लेना। कुछ कहंदा कोई आखी मादा जा चखा आओ अंत बा अदब बा सत्कार साहिबा नूं झुकाओ शीश बुलाओ फतेह। वाहिगुरू जी का खालसा वाहिगुरू जी की फतेह। सत्कारयोग भाई मनदीप सिंह जी मीत ग्रंथी गुरुद्वारा श्री गुरु कलगीधर सिंह सभा